काफ़ी मंडियां पंजाब 'ਚ ਇਹਨਾਂ ਨੇ ਬੰਦ ਕਰਤੀਆਂ। ਮੇਰੇ ਲਵੇ ਪਿੰਡ ਚਕੇਰੀ ਪਿੰਡ ਆ, ਵਧੀਆ ਮੰਡੀ ਚੱਲਦੀ ਸੀ, ਬੰਦ ਕਰਤੀ ਉਹਨਾਂ ਨੇ। ਪਤਾ ਨਹੀਂ ਕਿਉਂ ਬੰਦ ਕਰਤੀ। ਮੰਡੀਆਂ ਵਧਾਉਣ ਦੀ ਬਜਾਏ ਘਟਾਈਆਂ ਨੇ। ਕੁਛ ਪੇਂਡੂ ਮੰਡੀਆਂ ਆਪਣੀਆਂ ਬੰਦ ਕਰੀਆਂ ਇਹਨਾਂ ਨੇ। ਹੁਣ 2-3 ਸਾਲ 'ਚ ਪੰਜਾਬ ਸਰਕਾਰ ਹੋਵੇ, ਅਕਾਲੀ ਦਲ ਹੋਵੇ, FCI ਦਾ ਬੇੜਾ ਗਰਕ ਕਰਤਾ। ਉਹਨਾਂ ਨੇ ਇੱਕ ਅਸੂਲ ਬਣਾਤਾ ਵੀ ਜਿਹੜਾ ਜੇ ਇੱਥੇ ਮੰਡੀ 'ਚ ਦਾਣੇ ਨਾ ਆਏ ਤਾਂ ਇਹਨੂੰ ਬੰਦ ਕਰ ਦਿਓ। ਸਰਕਾਰ ਕੋਲ ਬਹਾਨਾ ਹੈਗਾ, ਮਾਸਟਰ ਰੱਖੋ ਨਾ ਸਕੂਲ 'ਚ, ਵੀ ਜੇ ਇੱਥੇ ਭਾਈ ਬੱਚੇ ਨਾ ਆਏ, ਜੋ ਮਾਸਟਰ ਨਹੀਂ ਬੱਚੇ ਕਾਹਨੂੰ ਹੋਣਗੇ, ਵੀ ਸਕੂਲ ਬੰਦ ਕਰ ਦਿਓ। ਮਤਲਬ ਪ੍ਰਬੰਧ ਜਿਹੜਾ ਚੱਲਦਾ ਸੀ ਪਹਿਲਾਂ, FCI ਖਰੀਦਦੀ ਸੀ, ਸਰਕਾਰ ਖਰੀਦਦੀ ਸੀ, ਜ਼ਿੰਮੇਵਾਰੀ ਲੈਂਦੀ ਸੀ। ਹੁਣ ਅਸਲ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਪੰਜਾਬ ਦੇ ਵਿੱਚ ਹਾੜੀ ਦੀਆਂ ਫਸਲਾਂ ਨੂੰ ਲੈ ਕੇ 10 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਕੀਤੀ ਜਾਣੀ ਹੈ ਔਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ 105.60 ਲੱਖ ਟਨ ਜਿਹੜੀ ਹੈ ਫਸਲ ਉਹਦੀ ਖਰੀਦ ਪੰਜਾਬ ਸਰਕਾਰ ਕਰੇਗੀ। ਤਾਂ ਇਹਦੇ ਉੱਤੇ ਕੇਂਦਰ ਸਰਕਾਰ ਨੇ ਖਾਸ ਤੌਰ ਦੇ ਉੱਤੇ ਜਿਹੜੀ ਕ੍ਰੈਸ਼ ਕ੍ਰੈਡਿਟ ਲਿਮਿਟ ਹੁੰਦੀ ਹੈ, ਯਾਨੀ ਕਿ CLL ਹੁੰਦੀ ਹੈ, ਉਹ ਵੀ ਮਨਜ਼ੂਰ ਕਰ ਲਈ ਹੈ। ਯਾਨੀ ਕਿ 21,000 ਕਰੋੜ ਰੁਪਇਆ ਜਿਹੜਾ ਹੈਗਾ, 21,000 ਕਰੋੜ ਤੋਂ ਵੱਧ ਜਿਹੜਾ 21,658 ਕਰੋੜ ਰੁਪਇਆ ਦੱਸਿਆ ਜਾ ਰਿਹਾ ਕਿ ਉਹ CLL ਜਿਹੜੀ ਲਿਮਿਟ ਹੈਗੀ ਉਹ ਵਧਾ ਦਿੱਤੀ ਗਈ ਹੈ। ਮੇਰੇ ਨਾਲ ਇਸ ਵਕਤ ਕਿਸਾਨ ਆਗੂ ਸਰਦਾਰ ਰੁਲਦੂ ਸਿੰਘ ਮਾਨ ਸਾਹਿਬ ਮੌਜੂਦ ਨੇ। ਗੱਲਬਾਤ ਕਰਦੇ ਹਾਂ ਕਿ ਜਿਹੜਾ ਇਹ ਖੇਤੀ ਸੰਕਟ ਬਣਿਆ ਹੋਇਆ ਇਸ ਵਕਤ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੱਖਾਂ ਹੀ ਕਿਸਾਨ ਬੈਠੇ ਨੇ 3 ਕੇਂਦਰੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ। ਤਾਂ ਮਸਲਾ ਇਸ ਵਕਤ ਕਿੱਥੇ ਖੜਿਆ, ਕਿੱਥੇ ਸਥਿਤੀ ਖੜੀ ਹੈ? ਕਿਉਂਕਿ ਹਾਲ ਹੀ ਦੇ ਵਿੱਚ ਬਿਆਨ ਆਇਆ ਸੀਗਾ ਨਰਿੰਦਰ ਸਿੰਘ ਤੋਮਰ ਦਾ ਜਾਂ ਹੋਰ ਮੰਤਰੀਆਂ ਦਾ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਅਸੀਂ ਇਹ ਵੀ ਵੇਖਿਆ ਹੈਗਾ ਕਿ ਜਿਹੜਾ ਅਗਲਾ ਇੱਕ ਹੋਰ ਅਨੁਮਾਨਿਤ ਬਿੱਲ ਸੀਗਾ ਬਿਜਲੀ ਬਿੱਲ, ਉਸ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਵੀ ਅੰਦਰ ਖਾਤੇ ਚੱਲ ਰਹੀਆਂ ਨੇ। ਸੂਬਾ ਸਰਕਾਰਾਂ ਦੇ ਨਾਲ ਕੇਂਦਰ ਸਰਕਾਰ ਮੀਟਿੰਗਾਂ ਵੀ ਕਰ ਰਹੀ ਹੈ। ਤਾਂ ਗੱਲਬਾਤ ਕਰਦੇ ਹਾਂ ਕਿ ਕਿਉਂਕਿ ਹੁਣੇ ਬਹੁਤ ਵੱਡੇ ਐਲਾਨ ਕੀਤੇ ਗਏ ਨੇ। ਕੱਲ੍ਹ ਜਿਹੜਾ ਹੈਗਾ ਉਹ FCI ਦੇ ਦਫ਼ਤਰ ਵੀ ਘੇਰੇ ਗਏ ਸੀ। FCI ਬਚਾਓ ਅੰਦੋਲਨ ਨੂੰ ਲੈ ਕੇ ਇੱਕ ਮਾਰਚ ਕੀਤਾ ਗਿਆ ਸੀਗਾ। ਕਿੰਨਾ ਕੁ ਸਫਲ ਰਿਹਾ ਹੈ ਉਹ ਮਾਰਚ? ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਐਲਾਨ ਕੀਤੇ ਗਏ ਨੇ ਕਿ KMP ਰੋਡ ਜਿਹੜਾ ਹੈ ਉਹ ਘੇਰਿਆ ਜਾਵੇਗਾ ਤੇ ਉਹ ਤੋਂ ਬਾਅਦ ਅੱਗੇ ਚੱਲ ਕੇ ਮਈ ਦੇ ਵਿੱਚ ਸੰਸਦ ਭਵਨ ਤੱਕ ਕੂਚ ਕੀਤੀ ਜਾਵੇਗੀ। ਕਿੱਦਾਂ ਵੇਖਦੇ ਨੇ? ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਜਿੱਦਾਂ ਬਾਪੂ ਜੀ ਗੱਲ ਕੀਤੀ ਹੈਗੀ ਆ, ਮੈਂ ਜਿਹੜੀ ਹਾੜੀ ਦੀ ਫਸਲਾਂ ਨੇ ਮੰਡੀਆਂ ਦੇ ਵਿੱਚ 10 ਤਰੀਕ ਨੂੰ ਖਰੀਦ ਸ਼ੁਰੂ ਹੋ ਜਾਣੀ ਹੈ। ਪੰਜਾਬ ਦੇ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਕਿ 105 ਲੱਖ ਟਨ ਜਿਹੜੀ ਖਰੀਦ ਹੋਵੇਗੀ ਕਣਕ ਦੀ। ਤੁਸੀਂ ਕਿੱਦਾਂ ਵੇਖਦੇ ਹੋ ਜਿਹੜਾ ਖੇਤੀ ਸੰਕਟ ਇਸ ਵਕਤ ਗੱਲ ਚੱਲ ਰਹੀ ਸੀਗੀ? ਹਾਲਾਂਕਿ ਅਸੀਂ ਇਹ ਵੀ ਵੇਖਿਆ ਹੈਗਾ ਵੀ ਜਿਸ ਤਰੀਕੇ ਨਾਲ ਪਹਿਲਾਂ ਮੰਡੀਆਂ ਦੇ ਵਿੱਚ ਖਰੀਦ ਹੁੰਦੀ ਸੀ ਆੜਤੀਆਂ ਦੁਆਰਾ, ਤਾਂ ਆੜਤੀਆਂ ਦਾ 2.5% ਜਿਹੜਾ ਕਮਿਸ਼ਨ ਸੀਗਾ ਉਹ ਵੀ ਕਹਿੰਦੇ ਉਹਦੇ ਉੱਤੇ ਵੀ ਹਲੇ ਸੰਕਟ ਬਣਿਆ ਹੋਇਆ ਵੀ ਕੇਂਦਰ ਉਹ ਸਰਕਾਰ ਉਹ ਜਿਹੜਾ ਉਹਨਾਂ ਨੂੰ ਕਮਿਸ਼ਨ ਜਾਂਦਾ ਸੀ ਉਹ ਜਾਊਗਾ ਨਹੀਂ ਜਾਊਗਾ, ਜਾਂ ਜਿਹੜਾ RDF ਜਾਂਦਾ ਸੀਗਾ ਰੂਰਲ ਡਿਵੈਲਪਮੈਂਟ ਫੰਡ ਜਾਂਦਾ ਸੀ, ਦਿਹਾਤੀ ਵਿਕਾਸ ਫੰਡ ਹੁੰਦਾ ਸੀ ਜਿਹਦੇ ਨਾਲ ਰੋਡਾਂ ਬਣਦੀ ਸੀ ਸਾਡੇ ਪਿੰਡਾਂ ਦੀਆਂ, ਉਹਦਾ ਵੀ ਜਿਹੜਾ 1200 ਕਰੋੜ ਰੁਪਈਆ ਸੀ ਉਹਦੇ ਵਿੱਚੋਂ ਸਿਰਫ 400 ਕਰੋੜ ਹੀ ਆਇਆ। ਲੱਗਦਾ ਵੀ ਇਹ ਜਿਹੜੀ ਸਾਰੀ ਸਿਆਸਤ ਇਸ ਵਕਤ ਚੱਲ ਰਹੀ, ਇੱਕ ਪਾਸੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਤੁਸੀਂ ਮਜ਼ਦੂਰਾਂ ਨੂੰ ਬੰਧਵਾ ਮਜ਼ਦੂਰ ਬਣਾਉਂਦੇ ਹੋ, ਇੱਕ ਪਾਸੇ ਸਿਆਸੀ ਤੌਰ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਪਾਸੇ ਅਸੀਂ ਵੇਖਦੇ ਹੈਗੇ ਹਾਂ ਕਿ ਉਹ ਜਿਹੜੀ ਮਲੋਟ ਵਾਲੀ ਘਟਨਾ ਸੀਗੀ ਉਹਨੂੰ ਹਿੰਦੂ ਮੁਸਲਮਾਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਜਿਹੜੇ ਸਾਰੇ ਸਮੀਕਰਨ ਚੱਲ ਰਹੀ ਹੈ ਇਸ ਵਕਤ, ਕਿੱਦਾਂ ਵੇਖਦੇ ਹੋ? ਮੇਰਾ ਖਿਆਲ ਹੈ ਨਾ ਜਿਹੜਾ ਇਹਨੂੰ FCI ਨੂੰ ਸੰਕਟ ਦੇ ਵਿੱਚ ਲਿਆਂਦਾ ਇਹਨਾਂ ਨੇ, ਉਹ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ, ਘੱਟੋ ਘੱਟ ਜੇ ਕਣਕ ਖਰੀਦੀ ਆ ਪਿਛਲੇ ਸਾਲ ਵੀ ਸਾਡੀਆਂ ਸਰਕਾਰਾਂ ਨੇ ਕਣਕ ਖਰੀਦੀ ਹੈ ਤਾਂ 1800 ਨੂੰ ਖਰੀਦੀ ਹੈ, 1800 ਉੱਤੇ ਖਰੀਦੀ, ਉਦੋਂ ਪਹਿਲਾਂ 1800 ਥੋੜ੍ਹੀ ਘੱਟ ਖਰੀਦੀ ਹੈ। ਜਿੰਨੇ ਸਰਕਾਰ ਨੇ ਉਹਦੇ ਪੈਸੇ ਖਰਚ ਕਰੇ ਨੇਗੇ ਉਹ ਚੱਕ ਕੇ ਤੁਸੀਂ ਜਿਵੇਂ ਮੁਫਤ ਵੰਡੋਗੇ ਕਿਸੇ ਨੂੰ, ਉਹ ਮਹਿਕਮਾ ਰਹਿ ਜੂਗਾ। ਮੈਂ ਪੰਜਾਬ ਦੇ ਵਿੱਚ ਆ ਕੇ ਖਾਂਦੇ ਪੀਂਦੇ ਜ਼ਿਮੀਂਦਾਰ ਲੋਕ ਟਰਾਲੀਆਂ ਕਣਕ ਦੀਆਂ ਭਰ ਕੇ ਲਗਾਏ ਨੇ। ਮੈਂ ਨਹੀਂ ਕਹਿੰਦਾ ਵੀ ਮਜ਼ਦੂਰਾਂ ਨੂੰ ਕਣਕ ਜਾਂ ਆਟਾ ਨਾ ਦਿਓ, ਉਹਨਾਂ ਵਾਸਤੇ ਕੋਈ ਡਿਪੂ ਬਣਾਇਆ ਜਾਵੇ, ਉਹਦੇ ਘਰ ਦੀ ਕੋਈ ਹਾਲਤ ਦੇਖੀ ਜਾਵੇ, ਉਹਦੇ ਘਰ ਦਾ ਵੀ ਇਹਦੇ ਕੋਲ ਕੁਛ ਹੈ ਹੀ ਨਹੀਂਗਾ, ਉਹਨੂੰ ਦਿੱਤਾ ਜਾਵੇ। ਇਹ ਤਾਂ ਐਂ ਨਹੀਂ ਵੀ ਤੂੰ ਕਾਰਡ ਬਣਾ ਲਾ ਜਿੰਨੀ ਮਰਜ਼ੀ ਕਣਕ ਲੈ ਜਾਓ। ਹੁਣ 2-3 ਸਾਲ 'ਚ ਪੰਜਾਬ ਸਰਕਾਰ ਹੋਵੇ ਅਕਾਲੀ ਦਲ ਹੋਵੇ FCI ਦਾ ਬੇੜਾ ਗਰਕ ਕਰਤਾ। ਉਹ ਨਹੀਂ ਤੁਸੀਂ ਜਿੰਨੇ ਉਹਦੇ ਖਰਚ ਕਰੇ ਨੇ ਉਹਨੇ ਪੈਸੇ ਤਾਂ ਲੈ ਲਓ। ਜੇ ਤੁਸੀਂ 1800 ਨੂੰ ਲਈ ਹੈ 18 ਰੁਪਏ ਦਾ ਲੈ ਲਓ, ਚੱਕੀ ਵਾਲੇ ਨੂੰ ਦੇ ਦਿਓ, ਪਿਹਾ ਕੇ ਲੋਕਾਂ ਨੂੰ 20 ਰੁਪਏ ਵੇਚ ਦੂਗਾ ਜੇ ਕਿਸੇ ਨੇ ਘਾਟਾ ਖਾਣਾ ਹੋਊਗਾ। ਇਹ ਹਮੇਸ਼ਾ ਤੇ ਜਿਹੜੀ ਚੀਜ਼ ਦਾ ਬੇੜਾ ਗਰਕ ਕਰਨਾ ਹੋਵੇ ਉਹ ਸਰਕਾਰਾਂ ਫਿਰ ਹੀ ਦਿੰਦੀਆਂ, ਫਿਰ ਉਹ ਕਹਿੰਦਾ ਘਾਟੇ 'ਚ ਵਗ ਗਿਆ ਫਿਰ ਉਹਨੂੰ ਪ੍ਰਾਈਵੇਟ ਕਰ ਦਿਓ। ਇਹ ਚਾਲ 'ਤੇ ਚੱਲੀ ਹੋਈ ਹੈ ਪੰਜਾਬ ਦੇ ਵਿੱਚ। ਕਹਿੰਦੇ ਆ ਕਿ 2477 ਮੰਡੀਆਂ ਨੇ
ਜਿਹੜੀ ਵੱਡੀਆਂ ਮੰਡੀਆਂ ਨੇ। ਔਰ ਸਵਾਮੀਨਾਥਨ ਰਿਪੋਰਟ ਦੇ ਅਨੁਸਾਰ ਇਹ ਸਿਫਾਰਿਸ਼ ਕੀਤੀ ਗਈ ਸੀਗੀ ਕਿ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਪੂਰੇ ਮੁਲਕ ਦੇ ਵਿੱਚ, ਜੇ ਵਧੀਆ ਤਰੀਕੇ ਦੇ ਨਾਲ ਕਿਸਾਨਾਂ ਨੂੰ ਸਹੂਲਤ ਦੇਣੀ ਹੈ। ਕਹਿੰਦੇ 42,000 ਮੰਡੀਆਂ ਪੂਰੇ ਮੁਲਕ ਦੇ ਵਿੱਚ ਹੋਣੀ ਚਾਹੀਦੀਆਂ। ਇੱਕ ਪਾਸੇ ਅਸੀਂ ਸਵਾਮੀਨਾਥਨ ਦੀ ਜੇ ਗੱਲ ਕਰੀਏ, ਉਹ ਤਾਂ ਸਿਫਾਰਿਸ਼ ਕਰਦੇ ਕਿ ਮੰਡੀਆਂ ਵਧਾਉਣੀਆਂ ਚਾਹੀਦੀਆਂ। ਦੂਜੇ ਪਾਸੇ ਤੁਸੀਂ ਕਿੱਦਾਂ ਵੇਖਦੇ ਹੋ ਵੀ ਕੇਂਦਰ ਸਰਕਾਰ ਜਿਹੜੀ ਹੈ, ਜੇ ਕਾਰਪੋਰੇਟ ਜਗਤ ਆ ਜਾਂਦਾ ਵਾਕਈ, ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਆ 2477 ਮੰਡੀਆਂ ਨੇ, ਕੀ ਇਹ ਵੀ ਬਚਣਗੀਆਂ ਜਾਂ ਨਹੀਂ? ਨਹੀਂ, ਮੇਰਾ ਖਿਆਲ ਹੈ ਵੀ ਉਹ ਪੜ੍ਹੇ ਲਿਖੇ ਨਿਆਂ ਸ਼ਾਸਤਰੀ ਨੇ, ਉਹਦੀ ਗੱਲ ਦਾ ਜਵਾਬ ਦੇਣਾ ਤਾਂ ਥੋੜਾ ਮੈਨੂੰ ਡਿੱਕਾ ਆਊਗਾ। ਪਰ ਮੰਡੀਆਂ ਸਾਡੀਆਂ ਬਹੁਤ ਨੇ, ਜਿੰਨੀਆਂ ਚੱਲੀ ਜਾਂਦੀਆਂ ਮੇਰੇ ਸਮਝ ਤੱਕ ਜੇ ਉਨੀਆਂ ਹੀ ਚੱਲੀਆਂ ਜਾਣ ਤਾਂ ਉਹ ਠੀਕ ਹੈਗਾ। ਮਤਲਬ ਪ੍ਰਬੰਧ ਜਿਹੜਾ ਚੱਲਦਾ ਸੀ ਪਹਿਲਾਂ, FCI ਖਰੀਦਦੀ ਸੀ, ਸਰਕਾਰ ਖਰੀਦਦੀ ਸੀ, ਜ਼ਿੰਮੇਵਾਰੀ ਲੈਂਦੀ ਸੀ। ਹੁਣ ਅਸਲ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਤੁਸੀਂ ਇਸ ਚੀਜ਼ ਦਾ ਮੈਨੂੰ ਜ਼ਰੂਰ ਜਵਾਬ ਦਿਓ। ਇਦਾਂ ਦੇ ਆંકੜੇ ਹੈਗੇ ਆ ਕਿ 5-6 ਕਿਲੋਮੀਟਰਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੰਡੀ ਪੈਂਦੀ ਆ, ਕਿਸਾਨ ਨੂੰ ਸੌਖਾ ਰਹਿੰਦਾ। 2-2 ਕਿੱਲੇ ਵਾਲੇ ਕਿਸਾਨ ਜ਼ਿਆਦਾਤਰ ਹੈਗੇ ਆ, 5 ਕਿੱਲਿਆਂ ਤੋਂ ਤਕਰੀਬਨ 85% ਜਿਹੜੇ ਕਿਸਾਨ ਨੇ ਉਹ ਘੱਟ ਨੇ। ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਇੱਕ ਕਿਸਾਨ ਹੈਗਾ, ਜੇ ਮੰਨ ਲਓ ਕਿ 2 ਕਿੱਲੇ ਆ, ਕਿਸੇ ਕੋਲ 2.5 ਕਿੱਲਾ ਹੈਗਾ, ਉਹ ਕਿਤੇ ਦਿੱਲੀ ਆ ਕੇ ਵੇਚੂਗਾ, ਰਾਜਸਥਾਨ ਜਾ ਕੇ ਵੇਚੂਗਾ, ਗੁਜਰਾਤ ਜਾ ਕੇ ਵੇਚੂਗਾ, ਕਿਆ ਉਹਦੀ ਇਹੀ ਕੋਸ਼ਿਸ਼ ਰਹੂਗੀ ਕਿ ਘੱਟ ਤੋਂ ਘੱਟ ਮੈਨੂੰ ਮੰਡੀ ਪਵੇ, ਵਿੱਥ ਪਵੇ, ਮੇਰਾ ਖਰਚਾ ਘੱਟ ਹੋਵੇ? ਨਹੀਂ, ਉਹ ਤਾਂ ਆਪਾਂ ਵਿਰੋਧ ਹੀ ਕਰ ਦਿਆਂਗੇ ਵੀ ਕਿਉਂ ਕਿਸਾਨ ਜਾਊਗਾ, ਸਰਕਾਰ ਖਰੀਦਣ ਦਾ ਪ੍ਰਬੰਧ ਸਰਕਾਰ ਕਰਦੀ ਹੁੰਦੀ ਆ। ਮੈਂ ਕਿੱਥੇ ਜੇ ਕਰਨਾ, ਕਿਵੇਂ ਕਰਨਾ, ਕਿੰਨੀ ਕੁ ਲੋੜ ਹੈ। ਕਾਫੀ ਮੰਡੀਆਂ ਪੰਜਾਬ 'ਚ ਇਹਨਾਂ ਨੇ ਬੰਦ ਕਰਤੀਆਂ। ਮੇਰੇ ਲਵੀ ਪਿੰਡ, ਚਕੇਰੀ ਪਿੰਡ ਆ, ਵਧੀਆ ਮੰਡੀ ਚੱਲਦੀ ਸੀ, ਬੰਦ ਕਰਤੀ ਉਹਨਾਂ ਨੇ। ਪਤਾ ਨਹੀਂ ਕਿਉਂ ਬੰਦ ਕਰਤੀ। ਮੰਡੀਆਂ ਵਧਾਉਣ ਦੀ ਬਜਾਏ ਘਟਾਈਆਂ ਨੇ। ਕੁਛ ਪੇਂਡੂ ਮੰਡੀਆਂ ਆਪਣੀਆਂ ਬੰਦ ਕਰੀਆਂ ਇਹਨਾਂ ਨੇ। ਜਿਹੜਾ ਆਪਾਂ ਗੱਲ ਕਰ ਲਈਏ, ਮੇਰਾ ਇਹ ਮੰਡੀ ਬੰਦ ਕਿਹਨੇ ਕੀਤੀ? ਫਿਰ ਪੰਜਾਬ ਸਰਕਾਰ ਨੇ ਕੀਤੀ ਆ? ਮੇਰਾ ਖਿਆਲ ਹੈ ਤੇ ਪ੍ਰਬੰਧ ਪੰਜਾਬ ਸਰਕਾਰ ਦਾ ਹੀ ਹੁੰਦਾ ਹੋਊ ਮੇਰੇ ਹਿਸਾਬ ਮੁਤਾਬਕ। ਖਰਚਾ ਪਾਣੀ ਉਹਨਾਂ ਦਾ ਦੇਣਾ ਪੈਂਦਾ ਹੋਊਗਾ। ਉਹਨਾਂ ਨੇ ਇੱਕ ਅਸੂਲ ਬਣਾਤਾ ਵੀ ਜਿਹੜਾ ਜੇ ਇੱਥੇ ਮੰਡੀ 'ਚ ਦਾਣੇ ਨਾ ਆਏ ਤਾਂ ਇਹਨੂੰ ਬੰਦ ਕਰ ਦਿਓ। ਸਰਕਾਰ ਕੋਲ ਬਹਾਨਾ ਹੈਗਾ, ਮਾਸਟਰ ਰੱਖੋ ਨਾ ਸਕੂਲ 'ਚ, ਵੀ ਜੇ ਇੱਥੇ ਭਾਈ ਬੱਚੇ ਨਾ ਆਏ, ਜੋ ਮਾਸਟਰ ਨਹੀਂ ਬੱਚੇ ਕਾਹਨੂੰ ਹੋਣਗੇ, ਵੀ ਸਕੂਲ ਬੰਦ ਕਰ ਦਿਓ। ਉਹ ਕੀ ਕਰਿਆ, ਉਹ ਲੋਕ ਕਣਕ ਜਾਂ ਝੋਨਾ ਇੱਥੇ ਵਿਕਦਾ ਤੇ ਹਰਿਆਣੇ 'ਚ ਵੇਚਣ ਲੱਗ ਗਏ। ਉਹ ਮੰਡੀ ਬੰਦ ਕਰਤੀ ਉਹਨਾਂ ਨੇ, ਵੀ ਇੱਥੇ ਆਉਂਦਾ ਤਾਂ ਕੁਛ ਹੈ ਨਹੀਂ, ਮੰਡੀ ਬੰਦ ਕਰ ਦਿਓ। ਇਹ ਤਾਂ ਇਹ ਸੋਚਦੇ ਨੇ ਵੀ ਚਮਜੂਆਂ ਨਾ ਮਾਰੋ, ਝੋਟਾ ਹੀ ਮਾਰ ਦਿਓ। ਇਹਨਾਂ ਦੀ ਸਰਕਾਰਾਂ ਦੀ ਇਹ ਪਾਲਿਸੀ ਹੈ। ਸਰਕਾਰ ਵਧੀਆ ਤਰੀਕੇ ਨਾਲ ਖਰੀਦੇ। ਗਰੀਬ ਲੋਕ ਨੇ ਜਿਹੜੇ ਪਹੁੰਚ ਖਰੀਦਣ ਤੋਂ ਬਾਹਰ ਹੈ, ਉਹਨਾਂ ਨੂੰ ਖਾਂਦੇ ਪੀਂਦੇ ਲੋਕਾਂ ਨੂੰ ਮੁਕਤ ਸਰਕਾਰ ਜਦੋਂ ਇਹੋ ਜਿਹਾ ਕੁਝ ਦਿੰਦੀ ਹੈ, ਉਹ ਫਿਰ ਜਿਹੜੇ ਮਹਿਕਮਾ ਹੈ, ਜਿਹੜੇ ਸੰਸਥਾ ਹੈ, ਉਹਨੇ ਫੇਲ ਹੋਣਾ। ਅੱਛਾ, ਇਸ ਚੀਜ਼ ਨੂੰ ਕਿੱਦਾਂ ਵੇਖਦੇ ਆ? ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨ ਹੁਣ ਕੋਈ ਨਵੀਂ ਤਜਵੀਜ਼ ਲੈ ਕੇ ਆਉਣ। ਤੁਸੀਂ ਕਿੱਦਾਂ ਵੇਖਦੇ ਹੋ ਵੀ ਤਜਵੀਜ਼ ਤੁਹਾਨੂੰ ਲੈ ਕੇ ਆਉਣੀ ਚਾਹੀਦੀ ਹੈ ਜਾਂ ਕੇਂਦਰ ਸਰਕਾਰ ਨੂੰ ਲੈ ਕੇ ਆਉਣੀ ਚਾਹੀਦੀ ਹੈ? ਅੱਜ ਤਾਂ ਸਰਕਾਰ ਨੂੰ 5 ਵਾਰਾਂ ਲਿਖ ਕੇ ਦਿੱਤਾ, ਹੋਰ ਨਵੀਂ ਸਾਤੋਂ ਕੀ ਭਾਲਦੀ ਹੈ? ਸਾਰਾ ਕੁਝ ਲਿਖ ਕੇ ਤਾਂ 5 ਵਾਰੀ ਲਿਖ ਕੇ ਦਿੱਤਾ, ਉਹ ਨਵੀਂ ਸਾਤੋਂ ਕੀ ਭਾਲਦੀ ਹੈ? ਕਹਿੰਦੇ ਜੇ ਅਸੈਪਟੇਬਲ ਹੋਊਗਾ, ਜੇ ਕਹਿੰਦੇ ਮੰਨਣਯੋਗ ਹੋਊਗੀ ਗੱਲਾਂ, ਕਹਿੰਦੇ ਜ਼ਰੂਰ ਮੰਨਾਂਗੇ। ਸੋ ਤੁਹਾਨੂੰ ਕੀ ਲੱਗਦਾ ਵੀ ਇਸ ਤਰੀਕੇ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ, ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ, ਜਾਂ ਪਹਿਲਾਂ ਤੁਸੀਂ ਲਿਖ ਕੇ ਦਿਓ, ਫਿਰ ਉਹ ਜਾ ਕੇ ਚੈੱਕ ਕਰਨ, ਫਿਰ ਗੱਲਬਾਤ ਹੋਊਗੀ? ਅਸੀਂ ਲਿਖ ਕੇ ਦਿੱਤਾ, ਅਸੀਂ ਕੁਝ ਨਹੀਂ ਲਿਖ ਕੇ ਦੇਣਾ। ਅਸੀਂ ਕੋਈ ਪ੍ਰਧਾਨ ਮੰਤਰੀ ਨੂੰ ਜੱਫੀ ਨਹੀਂ ਪਾਉਣੀ। ਜੇ ਸਾਡੀਆਂ ਮੰਗਾਂ ਬਣੇ, ਅਸੀਂ ਕੋਈ ਮੀਟਿੰਗ ਕਰਕੇ, ਸਾਨੂੰ ਕੋਈ ਹੌਸਲਾ ਨਹੀਂ ਹੈਗਾ ਵੀ ਜਾ ਕੇ ਉਹਦੇ ਮੂਹਰੇ ਬੈਠੀਏ। ਠੀਕ ਹੈ ਨਾ ਗੱਲ? ਪ੍ਰਧਾਨ ਮੰਤਰੀ ਪ੍ਰੈਸ ਕਾਨਫਰੰਸ ਸੱਦੇ ਤੇ ਉਧਰੋਂ ਜਲਾਸ ਸੱਦ ਕੇ ਸਾਡੇ 3 ਨੂੰ ਰੱਦ ਕਰਦੇ। ਅਸੀਂ ਘਰ ਨੂੰ ਵਗ ਜਾਂਗੇ, ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਉੱਥੇ ਜਾ ਉਹਦੇ ਕੋਲ ਜਾ ਕੇ ਕਰਨਾ ਕੀ ਹੈਗਾ? ਐਵੇਂ ਮੀਟਿੰਗਾਂ ਤੇ ਖਰਚ ਕਰੂਗਾ, ਲੋੜ ਨਹੀਂ ਖਰਚਾ ਕਰਨ ਦੀ, ਐਵੇਂ ਅਸੀਂ ਕੰਮ ਛੱਡਾਂਗੇ। ਉਹ ਜਲਾਸ ਸੱਦੇ, ਜਲਾਸ ਦੇ ਵਿੱਚ ਪਾਸ ਕਰੇ, ਅਸੀਂ ਜਾ ਕੇ ਉਹਨੂੰ ਜੱਫੀ ਪਾਉਣੀ ਆ ਵੀ ਉਹਦੇ ਕੋਲ ਜਾ ਕੇ ਬੈਠਣਾ ਹੈਗਾ, ਕੋਈ ਲੋੜ ਨਹੀਂ। ਮਤਲਬ ਕਿ ਤੁਸੀਂ ਆਪਣੀ ਗੱਲ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਹੋ ਗਏ ਹੋ ਵੀ ਪੂਰਨ ਤੌਰ ਦੇ ਉੱਤੇ ਰੱਦ ਹੋਣੇ ਚਾਹੀਦੇ ਆ ਬਿੱਲ? ਇਹ ਕਿਤੇ ਕਿਹਾ ਵੀ ਨਾ ਰੱਦ ਹੋਣੇ ਚਾਹੀਦੇ? ਕਦੇ ਸਾਡੇ ਮੇਰੇ ਕੋਲ ਕਿਸੇ ਲੀਡਰ ਦਾ ਦੱਸੋ ਕਿਹੜਾ ਮਾਈ ਦਾ ਲਾਲ ਕਹਿ ਦੂਗਾ ਜਾਣਾ? ਮਤਲਬ ਅਸੀਂ ਜੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਘਟ ਕੇ ਜਾਵਾਂਗੇ, ਨਾ ਜਾਣਾ ਨਾ ਜਾਈਏ, ਬੈਠੇ ਆ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਨੂੰ ਕਰ ਅੰਦੋਲਨ ਤਿਆਰੀ ਕਰ ਲੈਣ ਦਿਓ। ਇਹਦਾ ਹੱਥ ਲਾ ਦੇਖੋ, ਸਰਕਾਰ ਦੇ ਤਮਾਸ਼ੇ ਦੇਖੋ ਕੀ ਬਣਦੇ ਨੇ। ਹਾਲਾਂਕਿ ਉਹਨਾਂ ਨੇ ਤਜਵੀਜ਼ ਦਿੱਤੀ ਹੈ ਵੀ 1.5 ਸਾਲ ਤੱਕ ਸਸਪੈਂਡ ਅਸੀਂ ਕਰ ਦਿੰਦੇ ਹੈਗੇ ਆ, ਉਹਦੇ ਉੱਤੇ ਕੋਈ ਵਿਚਾਰ ਨਹੀਂ ਹੈਗਾ। ਇਹ ਸਾਰਾ ਕੁਝ ਰੱਦ ਕਰਤਾ, ਵਿਚੋਲਾ ਪਾਉਣਾ ਰੱਦ ਕਰਤਾ, ਸਸਪੈਂਡ ਕਰਨੇ ਰੱਦ ਕਰਤੇ। ਇਹ ਅਸੀਂ ਸਾਰਾ ਕੁਝ ਰੱਦ ਕਰ ਚੁੱਕੇ ਹਾਂ। ਅਸੀਂ ਇਹਨੂੰ ਰੱਦੀ ਦੀ ਟੋਕਰੀ ਸਿੱਟਤਾ। 3 ਕਾਨੂੰਨ ਰੱਦ ਕਰਦੀ ਹੈ। ਠੀਕ ਹੈ ਨਾ? ਮੇਰੀ ਗੱਲ ਸਮਝ ਗੱਲ। ਉਹ ਮਤਲਬ ਸਾਡੇ ਜਿਨਸਾਂ ਦੇ ਭਾਅ ਦਿੰਦੀ ਹੈ। ਬਿਜਲੀ ਐਕਟ, ਪਰਾਲੀ ਐਕਟ, ਉਹਨੂੰ ਰੱਦ ਕਰਦੀ ਹੈ। ਫੇਰ ਤਾਂ ਸਾਡੀ ਗੱਲ ਹੈ ਨਹੀਂ, ਅਸੀਂ ਬੈਠੇ ਸਾਡਾ ਅੰਦੋਲਨ ਚੱਲਦਾ। ਵਿਸ਼ਵਾਸ ਕਿੰਨਾ ਕਰਦੇ ਹੋ ਕੇਂਦਰ ਸਰਕਾਰ ਦੇ ਉੱਤੇ ਜਾਂ ਨਰਿੰਦਰ ਸਿੰਘ ਤੋਮਰ ਦੇ ਉੱਤੇ? ਕਿਉਂਕਿ ਹੁਣੇ ਅਸੀਂ ਵੇਖਿਆ ਹੈਗਾ ਬਿਆਨ ਉਹਨਾਂ ਦਾ, ਪਹਿਲਾਂ ਅਸੀਂ ਸੁਣੇ ਸੀਗੇ, ਉਹ ਕਹਿੰਦੇ ਸੀ ਅਸੀਂ ਬਿਜਲੀ ਬਿੱਲ ਰੱਦ ਕਰ ਦਾਂਗੇ, ਗੱਲ ਮੰਨ ਲਈ ਸੀਗੀ, ਪਰ ਹੁਣੇ ਦੁਬਾਰਾ ਤਿਆਰੀਆਂ ਚੱਲ ਪਈਆਂ ਅੰਦਰ ਖਾਤੇ ਵੀ ਬਿਜਲੀ ਬਿੱਲ ਜਿਹੜਾ ਹੈਗਾ ਇਹ ਦੁਬਾਰਾ ਉਹਨੂੰ ਲਾਗੂ ਕਰਨ ਦੀਆਂ ਮੀਟਿੰਗਾਂ ਵੀ ਚੱਲ ਰਹੀਆਂ ਸੂਬਾ ਸਰਕਾਰਾਂ ਦੇ ਨਾਲ। ਵਿਸ਼ਵਾਸ ਹੈਗਾ ਕਿ ਨਹੀਂ ਹੈਗਾ ਕੇਂਦਰ ਸਰਕਾਰ ਤੇ? ਚੰਗਾ, ਲੋਕਾਂ ਨੂੰ ਹੋਰ ਸੜਕ ਤੇ ਕਰ ਦੇਣਗੇ। ਕਹਿੰਦੇ ਆੜਤੀਆਂ ਦੇ ਪੈਸੇ ਚੱਕ ਕੇ, ਮਤਲਬ ਵੀ ਆੜਤੀ ਖਾਤੇ ਨਹੀਂ ਜਾਣਦੇ, ਜੱਟਾਂ ਦੇ ਖਾਤੇ 'ਚ ਭੇਜਾਂ ਕਿਸਾਨਾਂ ਦੇ। ਉਹ ਸਾਰੇ ਆੜਤੀ ਕੱਲ 20,000 ਦਾ ਇਕੱਠਾ ਹੋਇਆ ਤੇ ਬਾਗੇ ਪੁਰਾਣੇ, ਉਹ ਸਾਰੇ ਸੜਕ ਤੇ ਆ ਗਏ। ਜੇ ਇਹ ਤੋਂ ਹੋਰ ਕੁਝ ਚੰਗੇ ਕਦਮ ਚੱਕਣਗੇ, ਲੋਕਾਂ ਨੂੰ ਹੋਰ ਉਠਾ ਲੈਣਗੇ, ਲੋਕ ਹੋਰ ਸਾਡੇ ਨਾਲ ਰਲ ਜਾਣਗੇ। ਜਿਹੜਾ ਕੋਈ ਕਰਨ ਦੇ ਨੂੰ ਕਰੀ ਜਾਣ, ਜਿੰਨਾ ਕਰਨਗੇ, ਜਿੰਨਾ ਲੋਕਾਂ ਨੂੰ ਨਿਪੇੜਨਗੇ, ਉਹਨੇ ਲੋਕ ਸੜਕਾਂ ਤੇ ਆਉਣਗੇ।
ਜਿਹੜੇ ਅੱਗੇ ਫੈਸਲੇ ਕੀਤੇ ਗਏ ਹੈਗੇ ਆ ਹੁਣ ਐਫਸੀਆਈ ਤਾਂ ਚਲੋ ਕੱਲ ਹੋ ਗਿਆ, ਘੇਰ ਲਈ ਹੈਗੀ ਆ, ਹੁਣ ਕੇਐਮਪੀ ਦੀ ਵਾਰੀ ਹੈਗੀ ਆ। 24 ਘੰਟਿਆਂ ਲਈ ਐਲਾਨ ਕੀਤਾ ਤੇ ਉਹ ਤੋਂ ਬਾਅਦ ਜਿਵੇਂ ਅਗਲੀ ਗੱਲ ਕਰਾਂ ਸੰਸਦ ਭਵਨ ਤੱਕ ਕੂਚ ਕਰਨ ਦਾ ਐਲਾਨ ਕੀਤਾ ਗਿਆ। ਇਹਦੀ ਕੀ ਰੂਪ ਰੇਖਾ ਤੁਸੀਂ ਵੇਖਦੇ ਹੋ, ਇਹ ਕਿੱਦਾਂ ਹੋਊਗਾ? ਇਹ ਮੇਰਾ ਖਿਆਲ ਆਪਾਂ 10 ਵਾਲੇ ਤੇ 11 ਵਾਲਾ ਨਿਬੇੜ ਲਈਏ, ਉਹਦਾ ਇਕੱਲਾ ਐਲਾਨ ਹੋ ਗਿਆ। ਉਹਦੀ ਰੂਪ ਰੇਖਾ ਕੀ ਤਿਆਰ ਹੁੰਦੀ ਆ, ਕਿਵੇਂ ਕਰਨਾ ਹੈ, ਉਹ ਆਪਾਂ ਅਗਲੀ ਪ੍ਰੈਸ ਕਾਨਫਰੰਸ 'ਚ ਕਰ ਲਾਂਗੇ। ਇਹ ਪੱਕਾ ਵੀ ਹੋਊਗਾ? ਇਹ ਕਦੇ ਸਵਾਲ ਨਹੀਂ ਪੈਦਾ ਹੁੰਦਾ, ਜਿਹੜੇ ਤੀਰ ਛੱਡ ਤੇ ਪੁੱਠੇ ਮੁੜੇ ਆਉਣਗੇ ਇਹ ਤਾਂ ਹੁਣੇ ਹੋਣਾ ਹੈ। ਸਥਿਤੀ ਕਿੱਦਾਂ ਵੇਖਦੇ ਹੋ? ਹੁਣ ਜਿਵੇਂ ਗੱਲ ਕਰਾਂ, ਬਹੁਤ ਸਾਰੇ ਲੋਕੀ ਜਦੋਂ ਤੁਸੀਂ ਸੜਕ ਤੇ ਤੁਰਦੇ ਹੈਗੇ ਆ ਨਾ, ਬਹੁਤ ਸਾਰੇ ਸਾਨੂੰ ਕਿਸਾਨ ਪੁੱਛਦੇ ਆ ਵੀ ਯਾਰ ਮਸਲਾ ਕਦੋਂ ਹੱਲ ਹੋਊਗਾ। ਮੈਂ ਕਿਹਾ ਯਾਰ ਤਾਂ ਸਾਨੂੰ ਵੀ ਨਹੀਂ ਪਤਾ, ਇਹ ਰੱਬ ਨੂੰ ਹੀ ਪਤਾ ਮਸਲਾ ਕਦੋਂ ਹੱਲ ਹੋਊਗਾ। ਸਥਿਤੀ ਤੁਸੀਂ ਕਿੱਦਾਂ ਵੇਖਦੇ ਹੋ? ਤੁਹਾਡੀ ਨਜ਼ਰ ਦੇ ਵਿੱਚ ਕੀ ਬਣੀ ਹੋਈ ਆ? ਜਿਸ ਤਰੀਕੇ ਨਾਲ ਬਿਆਨਬਾਜ਼ੀ ਹੋ ਰਹੀ ਆ, ਸਥਿਤੀਆਂ ਬਣੀਆਂ ਹੋਈਆਂ ਨੇ, ਉਹ ਦੂਜੇ ਪਾਸੇ ਅਸੀਂ ਵੇਖ ਰਹੇ ਹਾਂ ਇਲੈਕਸ਼ਨ ਵੀ ਹੋ ਰਹੇ ਆ। ਸੋ ਕੀ ਇਲੈਕਸ਼ਨਾਂ ਦਾ ਕੋਈ ਅਸਰ ਪਊਗਾ ਇਸ ਮੋਰਚੇ ਦੇ ਉੱਤੇ? ਤੁਸੀਂ ਕੀ ਮੰਨਦੇ ਹੋ? ਹਾਂ, ਅੰਦੋਲਨ ਨੂੰ ਢਾਹ ਭਜਾਉਣੀ, ਇਲੈਕਸ਼ਨਾਂ ਦਾ ਐਲਾਨ ਕਰਨਾ, ਇਹ ਕੈਪਟਨ ਨੇ ਵੀ ਕਰਿਆ। ਮਤਲਬ ਮੁਸਕ ਕਮੇਟੀ ਦੀਆਂ ਵੋਟਾਂ ਪਵਾਈਆਂ, ਪਰ ਸਾਡੇ ਕੱਟ ਕੁੱਠ ਤੇ ਘਟਿਆ ਨਹੀਂ, ਪਰ ਉਹਨੇ ਆਪਦੀ ਬਾਹ ਸਾਰੀ ਲਾਤੀ ਵੀ ਅੰਦੋਲਨ ਫੇਲ ਹੋ ਜੇ। ਕਿਉਂ ਇਹ ਜਿਹੜੀਆਂ ਪੰਜਾਬ ਦੀਆਂ ਛੋਟੀਆਂ ਪਾਰਟੀਆਂ ਉਹ ਵੀ ਅੰਦੋਲਨ ਨੂੰ ਫੇਲ ਕਰਨਾ ਹੀ ਚਾਹੁੰਦੀਆਂ ਨੇਗੀਆਂ। ਤੇ ਇਵੇਂ ਜੋ ਇਹਨਾਂ ਨੇ ਹੁਣ ਵੋਟਾਂ ਦਾ ਐਲਾਨ ਕਰਤਾ 5 ਸਟੇਟਾਂ ਦੇ, ਉਹ ਸਗੋਂ ਆਪਾਂ ਨੂੰ ਮੌਕਾ ਮਿਲ ਗਿਆ। ਆਪਾਂ ਜਾ ਕੇ ਕਿਹਾ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਜਾਂਦੀ ਇਹਨਾਂ ਦੇ ਉਲਟੀ ਹੈ ਜੋ ਕੁਝ ਵੀ ਕਰਦੇ ਨੇਗੇ। ਜਦੋਂ ਕੋਈ ਨਾ ਕੋਈ ਨਵਾਂ ਕੰਮ ਲਿਆਉਣਗੇ ਅੰਦੋਲਨ ਤੇ ਅਸਰ ਤਾਂ ਥੋੜਾ ਘਣਾ ਪੈਂਦਾ ਹੀ ਹੁੰਦਾ ਨਾ, ਪਰ ਫਿਰ ਵੀ ਸਾਡੇ ਲੋਕ ਤਕੜੇ ਨੇ, ਫਿਰ ਵੀ ਹਮਾਇਤ ਹੈ ਲੋਕਾਂ ਦੀ, ਅੰਦੋਲਨ ਵੱਧ ਰਿਹਾ ਹੈ। ਅੱਛਾ, ਇੱਕ ਹੋਰ ਅਸੀਂ ਵੇਖਿਆ ਸੀਗਾ ਹੁਣ ਹਾਲ ਹੀ ਦੇ ਵਿੱਚ ਇਹ ਚਿੱਠੀ ਭੇਜਦੀ ਹੈ ਕੇਂਦਰ ਸਰਕਾਰ, ਕਹਿੰਦੀ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਵਸੇ ਹੋਏ ਕਿਸਾਨ ਨੇ ਉਹ ਬੰਧੁਆ ਮਜ਼ਦੂਰ ਬਣਾਉਂਦੇ ਆ। ਮਲੋਟ ਵਾਲੀ ਘਟਨਾ ਨੂੰ ਹਿੰਦੂ ਮੁਸਲਮਾਨ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਸੀਗੀਆਂ। ਜੇ ਦੂਜੀ ਗੱਲ ਮੈਂ ਕਰਾਂ ਤਾਂ ਆਰਡੀਐਫ ਜਿੱਦਾਂ ਪਹਿਲਾਂ ਗੱਲ ਕੀਤੀ ਹੈ, ਵਿਕਾਸ ਫੰਡ ਦੇ ਜਿਹੜੇ 400 ਕਰੋੜ ਰੁਪਏ ਆਏ ਹੈਗੇ ਆ, 1200 ਕਰੋੜ ਰੁਪਏ ਸੀ ਟੋਟਲ। ਤੁਸੀਂ ਕਿੱਦਾਂ ਵੇਖਦੇ ਹੋ ਵੀ ਇੱਕ ਤਰੀਕੇ ਨਾਲ ਗਲਬਾ ਪਾਇਆ ਜਾ ਰਿਹਾ ਪੰਜਾਬ ਨੂੰ, ਵੀ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ, ਸੋਸ਼ਲ ਤੌਰ ਤੇ, ਸਮਾਜਿਕ ਤੌਰ ਦੇ ਉੱਤੇ ਜਿਹੜੇ ਹੁਣ ਹੋਰ ਤਾਂ ਕੁਝ ਕਰ ਨਹੀਂ ਸਕੇ ਤਾਂ ਵਖਰੇਵੇਂ ਪਾਏ ਜਾਣ। ਮਜ਼ਦੂਰਾਂ ਦੀ ਏਕਤਾ ਦੀ ਤੁਸੀਂ ਗੱਲ ਕਰਦੇ ਹੋ, ਤੁਹਾਨੂੰ ਲੱਗਦਾ ਕਿ ਮਜ਼ਦੂਰ ਜਿਹੜੇ ਨੇ ਉਹ ਉਨੀ ਸ਼ਿੱਦਤ ਦੇ ਨਾਲ ਇਸ ਮੋਰਚੇ ਦੇ ਵਿੱਚ ਜੁਟੇ ਹੋਏ ਜਿੰਨੀ ਸ਼ਿੱਦਤ ਦੇ ਨਾਲ ਕਿਸਾਨ ਜੁਟੇ ਹੋਏ ਆ? ਮੇਰਾ ਖਿਆਲ ਹੈ ਵੀ ਇਹ ਗੱਲ ਕਹਿਣੀ ਪੈਸੇ ਕਿਸਾਨਾਂ ਦੇ ਖਾਤੇ ਭੇਜਾਂਗੇ, ਸਾਨੂੰ ਆੜ੍ਹਤੀਆਂ ਨਾਲ ਲੜਾਉਣਾ ਹੈ, ਉਹ ਅਸੀਂ ਨਕਾਰਤੀ ਗੱਲ। ਵੱਡੇ ਇਕੱਠ 'ਚ ਕੱਲ੍ਹ ਰਾਜਾ ਐਲਾਨ ਕਰਕੇ, ਮੈਂ ਐਲਾਨ ਕਰਕੇ ਆ ਵੀ ਆੜ੍ਹਤੀਆਂ ਦੇ ਖਾਤੇ ਪੈਸੇ ਪਾਏ, ਉਹ ਤਾਂ ਗੱਲ ਇਹਨਾਂ ਦੀ ਅਸੀਂ ਨਕਾਰਤੀ। ਛੱਡਦੀ ਆੜ੍ਹਤੀ ਸਾਡੇ ਤਾਂ ਦੋਸ਼ ਦੇਣਗੇ ਵੀ ਲੀਡਰ ਕਹਿੰਦੇ ਨੇ, ਅਸੀਂ ਕਿਹਾ ਵੀ ਪਹਿਲਾਂ ਅਸੀਂ ਕਹਿੰਦੇ ਹੁੰਦੇ, ਉਹ ਛੱਡਤੀ ਅਸੀਂ। ਦੂਸਰੇ ਨੇ ਚਿੱਠੀ ਕੱਢਤੀ ਵੀ ਪੰਜਾਬ ਦੇ ਵਿੱਚ ਮਜ਼ਦੂਰ ਬੰਧੂਆ ਬਣੇ, ਉਹ ਸਾਡੀ ਮਜ਼ਦੂਰਾਂ ਨਾਲ ਲੜਾਈ ਪਾਉਣੀ ਚਾਹੁੰਦੀ। ਸਿੱਖ ਕੌਮ ਕਦੇ ਬੰਧੂ ਅਸੀਂ ਬਣਾਉਂਦੀ ਨਹੀਂ ਹੁੰਦੀ। ਘੱਟੋ ਘੱਟ ਆਪਾਂ ਜਿਹੜੇ ਪੰਜਾਬੀ ਕਿਸਾਨ ਆਪਾਂ ਸਿੱਖਾਂਗੇ, ਸਿੱਖ ਧਰਮ ਨਾਲ ਜੁੜੇ ਹੋਏ ਆ, ਆਪਾਂ ਤਾਂ ਰੋਟੀ ਦਿੰਦੇ ਆ, ਸਾਡੇ ਗੁਰੂ ਘਰ ਵਗ ਜਾਓ, ਸਾਡੇ ਘਰੇ ਵਗ ਜਾਓ, ਆਪਾਂ ਤਾਂ ਕਿਸੇ ਨੂੰ ਭੁੱਖਾ ਨਹੀਂ ਮੋੜਨ ਦਿੰਦੇ, ਆਪਾਂ ਬੰਧੂਆ ਕਿਵੇਂ ਬਣਾ ਲਾਂਗੇ? ਅਸੀਂ ਤਾਂ ਵੇਖਿਆ ਸੀਗਾ ਜਦੋਂ ਉਹਦਾ ਝੋਨੇ ਦਾ ਸੀਜ਼ਨ ਹੁੰਦਾ, ਢੋਲ ਵਜਾ ਕੇ ਗਲਾਂ ਦੇ ਵਿੱਚ ਹਾਰ ਪਾ ਕੇ, ਪੈਸਿਆਂ ਦੇ ਹਾਰ ਪਾ ਕੇ ਵੀ ਲੈ ਕੇ ਆਏ ਹੈਗੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਹੁੰਦੇ ਕਿਸਾਨ। ਹਾਂ, ਜੇ ਜਾਂ ਸਰਕਾਰਾਂ ਐਂ ਕਰ ਲੈ, ਜੇ ਉਹਨੂੰ ਬੰਧੂਆ ਨਹੀਂ ਬਣ ਦੇਣਾ, ਚੱਲ ਵੀ ਬਣਦੇ ਹੀ ਨਹੀਂ, ਮਤਲਬ ਬਣਦੇ ਹੀ ਨਹੀਂ, ਜੇ ਐਂ ਵੀ ਅਸੀਂ ਬਣ ਨਹੀਂ ਦੇਣਾ, ਫਿਰ ਉਹਨਾਂ ਦੇ ਏਜੰਟਾਂ ਦੇ ਭਾਅ ਸਰਕਾਰੀ ਦੇ ਦੇ, ਫਿਰ ਜਿਹੜੇ ਮਜ਼ਦੂਰ ਉਹ ਉੱਥੋਂ ਉਰੇ ਆਉਂਦੇ ਨੇ ਉੱਥੇ ਹੀ ਕੰਮ ਕਰ ਲੈਣਗੇ। ਜਦੋਂ ਉੱਥੋਂ ਦੇ ਕਿਸਾਨ ਨੂੰ ਪੂਰਾ ਫਸਲ ਦਾ ਭਾਅ ਮਿਲਿਆ, ਉਹ ਫਿਰ ਕਰਾ ਲੂਗਾ ਉਹਨਾਂ ਤੋਂ। ਉਹਨਾਂ ਨੂੰ ਪੰਜਾਬ ਵਿਚਾਰਿਆਂ ਨੂੰ ਆਉਣ ਦੀ ਕਿਉਂ ਘਰ ਛੱਡਣ ਦੀ ਲੋੜ ਪਊਗੀ? ਉਹਨਾਂ ਨੂੰ ਰੇਟ ਦੇਣਾ ਨਹੀਂ, ਉਲਟਿਆ ਮਜ਼ਦੂਰਾਂ 'ਚ ਬਾਟਕ ਪਾਉਣਾ ਹੈ ਵੀ ਖਮਣੀ ਐਂ ਕਰਦੇ ਨੇ, ਬਾਹ ਕਰਦੇ ਨੇ, ਕੋਈ ਮਜ਼ਦੂਰ ਵਧੂਗਾ ਨਹੀਂ ਬਣਾਇਆ ਇਹ ਬਟ। ਦੂਜਾ ਹੁਣ ਤੁਸੀਂ ਕਿਹਾ ਪੈਸਿਆਂ ਦੀ ਗੱਲ, ਪੈਸੇ ਜਿੰਨੇ ਦੇਣੇ ਤੇ ਉਹਨੇ ਨਹੀਂ ਦੇਣੇ, ਉਹ ਘੱਟ ਲਏ ਵੀ ਹਰ ਇੱਕ ਕੱਲੇ ਪੰਜਾਬ ਨੂੰ ਨਹੀਂ, ਅੱਛਾ ਕਹਿੰਦਾ ਭਾਰਤ ਦੇ ਕਿਸਾਨਾਂ ਨੂੰ ਮਾਰਨ ਜਾ ਰਹੇ ਨੇ, ਉਹਨਾਂ ਨੂੰ ਜਾੜਨ ਜਾ ਰਹੇ ਨੇ, ਪਰ ਦੂਜੇ ਨੂੰ ਜਾੜਦਾ ਆਪ ਹੀ ਉੱਜੜ ਜਾਂਦਾ ਹੈ। ਮੇਰੇ ਹਿਸਾਬ ਨਾਲ ਤਾਂ ਪੂੰਜੀਵਾਦ ਸਾਮਰਾਜਵਾਦ ਆਪਦੀ ਕਬਰ ਪੱਟ ਲੂਗਾ, ਕੱਲੀ ਦੇ ਉੱਤੇ ਮਿੱਟੀ ਪਾਉਣੀ ਪਊ, ਆਪੇ ਵਿੱਚ ਡਿੱਪੂ, ਬਸ ਇੰਨੇ ਕਮਾਨ। ਮੋਰਚੇ ਨੂੰ ਕਿੱਦਾਂ ਵੇਖਦੇ ਹੋ? ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈਗੀ, ਉੱਥੇ ਬਹੁਤ ਵੱਡਾ ਕਾਫਲਾ ਕਿਸਾਨਾਂ ਦਾ ਤੁਰਿਆ ਹੋਇਆ ਹੈਗਾ। ਹਾਲ ਹੀ ਦੇ ਵਿੱਚ ਵੱਡੇ ਬਿਆਨ ਦਿੱਤੇ ਸੀਗੇ ਕਿਸਾਨ ਆਗੂਆਂ ਨੇ, ਨੌਜਵਾਨਾਂ ਨੂੰ ਲੈ ਕੇ ਵੀ, ਲੱਖੀ ਸਿਧਾਣੀ ਨੂੰ ਲੈ ਕੇ ਵੱਡੇ ਬਿਆਨ ਆਏ ਵੀ ਇੱਥੇ ਆਉਣਾ ਚਾਹੀਦਾ, ਇੱਕ ਨਵਾਂ ਉਭਾਰ ਮਿਲੂਗਾ। ਤੁਸੀਂ ਕਿੱਦਾਂ ਵੇਖਦੇ ਹੋ ਇਸ ਚੀਜ਼ ਨੂੰ? ਨਹੀਂ, ਉਹ ਤਾਂ ਮੈਂ ਹੁਣ ਵੀ ਕਹਿ ਕੇ ਆ ਵੀ ਜਿਹੜਾ ਕੰਮ ਕਰੂ ਉਹ ਘਰੇ ਰਹੋ, ਜਿਹੜਾ ਵਿਹਲਾ ਬੈਠਾ ਸੱਤ ਤਾਂਸ ਨਹੀਂ ਖੇਡਣਾ, ਸਾਰੇ ਉੱਥੇ ਆ ਜਾਓ। ਉਹ ਤਾਂ ਬਾਰ-ਬਾਰ ਕਹਿ ਕੇ ਆਉਂਦੇ ਆ, ਪਰ ਪੰਚਾਇਤਾਂ 10-10 ਬੰਦੇ ਤੋਰੀ ਜਾਂਦੀਆਂ ਆਪਣੇ ਪੰਜਾਬ 'ਚੋਂ, ਬਹੁਤ ਵਧੀਆ ਚੱਲੀ ਜਾਂਦਾ ਹੈਗਾ। ਉਹ ਤਾਂ ਇਹੀ ਹੈ, ਨੌਜਵਾਨੀ ਹੈਗੀ ਹੈ, ਨੌਜਵਾਨੀ ਪਹਿਲਾਂ ਵੀ ਆ, ਨੌਜਵਾਨੀ ਹੁਣ ਵੀ ਆ, ਨੌਜਵਾਨੀ ਹੋਰ ਵੀ ਆਊਗੀ, ਹੈਗੀ ਆ ਨੌਜਵਾਨੀ। ਰੇਟ ਤੈਅ ਕੀਤਾ ਗਿਆ ਕਣਕ ਦਾ 1975, ਕਿੱਦਾਂ ਲੱਗਦਾ ਕਿ ਐਮਐਸਪੀ ਇਸ ਵਾਰ ਕਿਸਾਨਾਂ ਨੂੰ ਪੂਰੀ ਮਿਲੂਗੀ ਨਹੀਂ ਮਿਲੂਗੀ? ਕਿਉਂਕਿ ਇਸ ਵਾਰ ਬਿੱਲ ਕਾਨੂੰਨ ਲਾਗੂ ਕਰਤੇ ਹੈ ਸਰਕਾਰ ਨੇ। ਮੇਰਾ ਖਿਆਲ ਐਤਕੀ ਸਰਕਾਰ ਟਾਲੂਗੀ ਵੀ ਦੇ ਦਿਓ ਪੈਸੇ, ਐਤਕੀ ਨਾ ਪੰਗੇ 'ਚ ਪਓ, ਇਹਨਾਂ ਨੂੰ ਆੜ੍ਹਤੀਆਂ ਦੇ ਖਾਤੇ ਪਾ ਦੂਗੀ ਤੇ ਦੇਊਗੀ, ਪੂਰਾ ਮੁੱਲ ਫਸੀ ਹੋਈ ਆ ਉਹ 'ਚ, ਉਹਨੂੰ ਦੇਣਾ ਪਊਗਾ, ਨਹੀਂ ਇੱਥੇ ਕਲੇਸ਼ ਵੱਡਾ ਛਿੜੂਗਾ, ਦੇਊਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੋ ਸਰਦਾਰ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਗੱਲ ਕਰ ਰਹੇ ਸੀਗੇ। ਬੜਾ ਸੋਹਣਾ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਇਹ ਤੋਖਲਾ ਕਰਦੀ ਹੈਗੀ ਆ ਕਿ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾਂਦਾ, ਤਾਂ ਸਭ ਤੋਂ ਪਹਿਲਾਂ ਤੋਖਲਾ ਕਿਸਾਨ ਇਹ ਕਰ ਰਹੇ ਆ ਕਿ
ਕਿਉਂ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਉਹਨਾਂ ਮਜ਼ਦੂਰਾਂ ਨੂੰ ਸਹੀ ਮੁੱਲ ਨਹੀਂ ਮਿਲਦਾ ਹੈਗਾ, ਕਿਉਂ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਪੰਜਾਬ ਦੇ ਵਿੱਚ ਆਉਣ ਵਾਸਤੇ। ਵਾਕਈ ਵਾਜਬ ਗੱਲ ਹੈਗੀ ਹੈ ਕਿ ਜੇ ਉਹਨਾਂ ਨੂੰ ਆਪਣੀ ਜਗ੍ਹਾ ਹੀ ਸਹੀ ਮੁੱਲ ਮਿਲਦਾ ਹੁੰਦਾ, ਉਹਨਾਂ ਦੀ ਫਸਲਾਂ ਦਾ ਉન્નਤੀ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣਾ ਪੈਂਦਾ। ਪਰ ਇਹ ਵੀ ਗੱਲ ਸੱਚੀ ਹੈਗੀ ਹੈ ਕਿ ਅਸੀਂ ਆਪ ਵੇਖਿਆ ਹੈਗਾ ਔਰ ਵੀਡੀਓਜ਼ ਦੇ ਵਿੱਚ ਅਕਸਰ ਅਸੀਂ ਵੇਖਦੇ ਹੈਗੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਹੈਗਾ ਤਾਂ ਢੋਲ ਵਜਾ ਕੇ ਗਲਾਂ ਦੇ ਵਿੱਚ ਹਾਰ ਪਾ ਕੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਦਾ ਕਿਸਾਨ ਸਵਾਗਤ ਵੀ ਕਰਦੇ ਨੇ। ਹੁਣ ਵੇਖਣ ਵਾਲੀ ਗੱਲ ਹੈ ਦੋਸਤੋ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਬਿਆਨਬਾਜ਼ੀ ਹੋ ਰਹੀ ਹੈ ਸਿਆਸਤ ਦੇ ਤੌਰ ਦੇ ਉੱਤੇ, ਤਾਂ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਇਸ ਵਕਤ ਇਹਦਾ ਰੁਖ ਕਿਸ ਤਰੀਕੇ ਦੇ ਨਾਲ ਬਦਲਦਾ ਹੈਗਾ। ਮੌਸਮ ਦੇ ਵਿੱਚ ਬਦਲਾਅ ਆ ਰਿਹਾ ਹੈ, ਮੌਸਮ ਦੇ ਮਿਜਾਜ਼ ਬਦਲ ਰਹੇ ਨੇ, ਪਰ ਸਿਆਸੀ ਆਗੂਆਂ ਦੇ ਮਿਜਾਜ਼ ਉਸੇ ਤਰੀਕੇ ਦੇ ਨਾਲ ਕਾਇਮ ਨੇ ਔਰ ਜਜ਼ਬਾਤ ਕਿਸਾਨਾਂ ਦੇ ਵੀ ਉਸੇ ਤਰੀਕੇ ਦੇ ਨਾਲ ਬੁਲੰਦ ਨੇ। ਕੈਮਰੇ ਦੇ ਉੱਤੇ ਮੇਰਾ ਸਾਥ ਦੇ ਰਹੇ ਨੇ ਸਰਦਾਰ ਜਜਵਿੰਦਰ ਸਿੰਘ, ਹੁਣ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਜੁੜੇ ਰਹੋ ਕਾਲ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।